ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਵਾਹਿਗੁਰੂ। ਗੁਰੂ ਦੀ ਪਰਮ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਆਪਾਂ ਵਿਚਾਰ ਕਰਦੇ ਹਾਂ ਕਿ ਸਾਨੂੰ ਪਰਮ ਪਿਤਾ ਪਰਮਾਤਮਾ ਦੀ ਦਿਸ ਹੈ, ਜਿਹੜੀ ਪ੍ਰਕਾਸ਼ ਹੈ, ਜਿਹੜਾ ਮਿਲਣ ਹੈ, ਜਿਹੜਾ ਉਹ ਕਦੋਂ, ਕਿੱਥੇ ਅਤੇ ਕਿਵੇਂ ਹੁੰਦਾ ਹੈ, ਕਿਵੇਂ ਹੋ ਸਕਦਾ ਹੈ। ਆਪਾਂ ਵਿਚਾਰ ਕਰਦੇ ਹਾਂ ਕਿ ਸਤਿਗੁਰੂ ਬਖਸ਼ਿਸ਼ ਕਰਦੇ ਆ, ਭਾਈ ਗੁਰਮੁਖ ਪਿਆਰਿਓ, ਗੁਰੂ ਵਾਲੇ ਬਣੋ, ਅੰਮ੍ਰਿਤ ਨਾਮ ਛਕੋ। ਅਤੇ ਸਭ ਤੋਂ ਪਹਿਲਾਂ ਜਦੋਂ ਗੁਰੂ ਦੀ ਪ੍ਰਾਪਤੀ ਵਾਲੀ ਜਗਿਆਸੂ ਰੂਹ ਜਿਹੜੀ ਹੁੰਦੀ ਹੈ, ਉਹ ਗੁਰੂ ਦੀ ਸ਼ਰਨ ਹੋ ਕੇ ਪੰਜ ਪਿਆਰਿਆਂ ਦੇ ਕੋਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਅੰਮ੍ਰਿਤ ਨਾਮ ਦੀ ਪ੍ਰਾਪਤੀ ਕਰਦੀ ਹੈ। ਔਰ ਉਸ ਤੋਂ ਬਾਅਦ ਉਹ ਵਾਹਿਗੁਰੂ ਵਾਹਿਗੁਰੂ ਨਾਮ ਸਿਮਰਨ ਕਰਦੀ ਹੋਈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੀ ਹੋਈ ਆਪਣੇ ਆਪ ਨੂੰ ਨਿਰਮਲ ਕਰ ਲੈਂਦੀ ਹੈ, ਅਵਗੁਣਾਂ ਦਾ ਨਾਸ ਕਰ ਦਿੰਦੀ ਹੈ, ਗੁਣਾਂ ਦੀ ਭਰਪੂਰੀ ਹੋ ਜਾਂਦੀ ਹੈ। ਅਤੇ ਸਤਿਗੁਰੂ ਦੇ ਨਾਮ ਦੇ ਨਾਲ ਜਦੋਂ ਉਸ ਦੀ ਤਨ ਦੀ ਜੋ ਅਵਸਥਾ ਇਹ ਬਣਦੀ ਹੈ ਕਿ ਧਰਮ, ਦਇਆ, ਸੰਤੋਖ, ਸੱਚ ਔਰ ਧੀਰਜ ਜਿਹੜੇ ਹੈ ਉਹ ਪੰਜ ਦੂਤਾਂ ਦੀ ਥਾਂ 'ਤੇ ਆ ਕੇ ਵਿਰਾਜਮਾਨ ਹੋ ਜਾਂਦੇ ਆ। ਔਰ ਨਾਮ ਸਿਮਰਨ ਦੇ ਸਦਕਾ ਪੰਜ ਦੂਤ ਜਿਹੜੇ ਹੁੰਦੇ ਆ ਨਾ, ਕਾਮ, ਕ੍ਰੋਧ ਦੁਸ਼ਮਣ ਹੈ ਸਾਡੇ, ਇਹ ਪੰਜ ਦੁਸ਼ਮਣ ਸਾਡੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਸਾਰੇ ਜਿਹੜੇ ਹੈ ਭੱਜ ਜਾਂਦੇ ਹੈ ਅਤੇ ਉਹਨਾਂ ਦੀ ਥਾਂ ਦੇ ਉੱਤੇ ਧਰਮ, ਦਇਆ, ਸੰਤੋਖ, ਸੱਚ ਔਰ ਧੀਰਜ ਦੀ ਪ੍ਰਾਪਤੀ ਹੋ ਜਾਂਦੀ ਹੈ। ਭਾਵ ਧਰਮ ਹੀ ਬਦਲ ਕੇ, ਇਹ ਕਾਮ ਕ੍ਰੋਧ ਬਦਲ ਕੇ ਕਾਮ ਧਰਮ ਬਣ ਜਾਂਦਾ, ਔਰ ਦੂਜੇ ਇਸੇ ਤਰ੍ਹਾਂ ਦੇ ਨਾਲ ਪੰਜ ਜਿਹੜੇ ਹੈ ਦੂਤ ਭੱਜ ਜਾਂਦੇ ਆ, ਔਰ ਉਹਨਾਂ ਦੀ ਥਾਂ ਦੇ ਉੱਤੇ ਪਰਮਾਤਮਾ ਦੇ ਸਹਾਈ ਗੁਣ ਜਿਹੜੇ ਹੈ ਧਰਮ, ਦਇਆ, ਸੰਤੋਖ, ਸੱਚ ਔਰ ਧੀਰਜ ਗੁਰੂ ਦੀ ਕਿਰਪਾ ਨਾਲ ਉਸ ਦੇ ਹਿਰਦੇ ਦੇ ਵਿੱਚ ਵਿਰਾਜਮਾਨ ਹੋ ਜਾਂਦੇ ਆ। ਉਹ ਬੰਦਾ ਆਪਣੇ ਆਚਰਣ ਨੂੰ ਹੌਲੀ ਹੌਲੀ ਸ਼ੁੱਧ ਕਰਦਾ ਹੋਇਆ, ਗੁਰਬਾਣੀ ਦੀ ਟੇਕ ਲੈ ਕੇ ਵਾਹਿਗੁਰੂ ਨਾਮ ਸਿਮਰਨ ਕਰਦਾ ਹੋਇਆ, ਆਪਣੇ ਜੀਵਨ ਦੇ ਵਿੱਚ ਹਮੇਸ਼ਾ ਦ੍ਰਿੜ ਨਿਸ਼ਚਾ ਕਰਕੇ ਪਰਮਾਤਮਾ ਦੇ ਨਾਲ ਪ੍ਰੇਮ ਕਰਦਾ ਹੈ, ਪ੍ਰੀਤ ਕਰਦਾ ਹੈ, ਪ੍ਰਤੀਤ ਕਰਦਾ ਹੈ, ਔਰ ਸਦਾ ਹੀ ਹਮੇਸ਼ਾ ਹੀ ਗੁਰੂ ਤੋਂ ਕਦੇ ਵੀ ਅਵੇਸਲਾ ਨਹੀਂ ਹੁੰਦਾ। ਪਰਮ ਪਿਤਾ ਪਰਮਾਤਮਾ ਨੂੰ ਉਹ ਹਮੇਸ਼ਾ ਆਪਣੇ ਅੰਗ ਸੰਗ ਸਮਝਦਾ ਹੈ, ਔਰ ਹਰ ਸਮੇਂ, ਹਰ ਜੀਵਨ ਦੇ ਵਿੱਚ, ਆਪਣੇ ਜੀਵਨ ਦੇ ਵਿੱਚ ਹਰ ਸਮੇਂ ਉਹ ਪਰਮਾਤਮਾ ਦੀ ਟੇਕ ਲੈ ਕੇ ਦਮ ਦਮ ਸਦਾ ਸੰਭਾਲਦਾ, ਦਮ ਨ ਬਿਰਥਾ ਜਾਏ, ਜਨਮ ਮਰਨ ਕਾ ਭਉ ਗਿਆ, ਜੀਵਨ ਪਦਵੀ ਪਾਏ। ਇਸ ਤਰ੍ਹਾਂ ਨਾਲ ਸਦਾ ਸਾਸ ਸਾਸ ਉਹ ਵਾਹਿਗੁਰੂ ਨਾਮ ਸਿਮਰਦਾ ਹੋਇਆ ਪਰਮਾਤਮਾ ਦੀ ਪ੍ਰਾਪਤੀ ਕਰ ਲੈਂਦਾ ਹੈ। ਭਾਵ ਗੁਰੂ ਸਾਹਿਬ ਬਖਸ਼ਦੇ ਹੈ ਕਿ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਜੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਉਸ ਨੂੰ ਅਵਸਥਾ ਦੀ ਪਹਿਚਾਣ ਆ ਜਾਂਦੀ ਹੈ ਕਿ ਮੈਨੂੰ ਆਨੰਦ ਆਉਣਾ ਸ਼ੁਰੂ ਹੋ ਗਿਆ ਹੈ, ਮੇਰਾ ਮਨ ਜਿਹੜਾ ਹੈ ਉਹ ਟਿਕਾ ਦੇ ਵਿੱਚ ਆ ਗਿਆ ਹੈ, ਮੇਰੇ ਮਨ ਨੂੰ ਸ਼ਾਂਤੀ ਆ ਗਈ ਹੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰਾਂ ਦਾ ਜਿਹੜਾ ਚੱਲਣ ਸੀ ਉਹ ਸਮਾਪਤ ਹੋ ਗਿਆ, ਔਰ ਉਸ ਦੀ ਥਾਂ 'ਤੇ ਮੈਂ ਦਇਆਵਾਨ ਹੋ ਕੇ ਪਰਮਾਤਮਾ ਦਾ ਨਾਮ ਸਿਮਰਨ ਕਰਦਾ ਹੋਇਆ ਆਪਣੇ ਆਪ ਨੂੰ ਪਰਮਾਤਮਾ ਦੀ ਸ਼ਰਨ ਦੇ ਵਿੱਚ ਟੇਕ ਆਸਰਾ ਲੈ ਕੇ ਪਰਮਾਤਮਾ ਦਾ ਸਿਮਰਨ ਕਰਦਾ। ਵਾਹਿਗੁਰੂ ਵਾਹਿਗੁਰੂ ਕਰਦੀ ਹੋਈ ਉਹ ਰੂਹ ਹਮੇਸ਼ਾ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਰਹਿੰਦੀ ਹੈ, ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਗੁਰਬਾਣੀ ਪੜ੍ਹ ਕੇ ਆਪਣੇ ਆਚਰਣ ਨੂੰ ਨਿਰਮਲ ਕਰਨ ਦੀ ਕੋਸ਼ਿਸ਼ ਕਰਦੀ ਹੈ। ਕੋਸ਼ਿਸ਼ ਨਹੀਂ ਕਰਦੀ ਬਲਕਿ ਨਿਰਮਲ ਕਰ ਲੈਂਦੀ ਹੈ। ਔਰ ਜਦੋਂ ਇਹ ਮਨ ਨਿਰਮਲ ਹੋ ਜਾਂਦਾ, ਉਦੋਂ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ, ਔਰ ਉਦੋਂ ਹੀ ਸਾਡੇ ਅਨਹਦ ਧੁਨ, ਜਿਹਨੂੰ ਅਸੀਂ ਕਹਿੰਦੇ ਹਾਂ ਸ਼ਬਦ ਧੁਨ ਕਹਿੰਦੇ ਹਾਂ, ਨਾਮ ਧੁਨ ਕਹਿੰਦੇ ਹਾਂ, ਉਹ ਵੱਜਣੀ ਸ਼ੁਰੂ ਹੋ ਜਾਂਦੀ ਹੈ।
ਤੀਜੇ ਪਾਤਸ਼ਾਹ ਜੀ ਨੇ ਆਨੰਦ ਸਾਹਿਬ ਦੇ ਵਿੱਚ ਪਹਿਲੀ ਪੌੜੀ ਤੋਂ ਲੈ ਕੇ 40ਵੀਂ ਪੌੜੀ ਤੱਕ ਗੁਰੂ ਸਾਹਿਬ ਨੇ ਇਹੀ ਸਮਝਾਇਆ ਹੈ ਕਿ ਅਨਹਦ ਧੁਨ ਕੀ ਚੀਜ਼ ਹੈ। ਅਨਹਦ ਧੁਨ ਦੀ ਸਧਾਰਨ ਜਗਿਆਸੂ ਜਿਹੜਾ ਹੈ ਉਹ ਕਿਸ ਤਰ੍ਹਾਂ ਦੇ ਨਾਲ ਕਰਮ ਕਰੇ, ਕਿਸ ਤਰ੍ਹਾਂ ਦੇ ਨਾਲ ਆਪਣਾ ਆਚਰਨ ਬਣਾਵੇ, ਕਿਸ ਤਰ੍ਹਾਂ ਦੇ ਨਾਲ ਉਹ ਸਿਮਰਨ ਕਰੇ, ਕਿਸ ਤਰ੍ਹਾਂ ਦੇ ਨਾਲ ਉਹ ਪਰਮਾਤਮਾ ਦੀ ਬਾਣੀ ਨੂੰ ਪੜ੍ਹੇ। ਤੋ ਇਸ ਤਰ੍ਹਾਂ ਨਾਲ ਉਹ ਜਿਹੜਾ ਹੈ 40ਵੀਂ ਪੌੜੀ ਦੇ ਵਿੱਚ ਗੁਰੂ ਸਾਹਿਬ ਨੇ ਕਿਹਾ ਕਿ ਉਹ ਗੁਰਮੁਖ ਪਿਆਰਾ ਜਿਹੜਾ ਹੈ ਗੁਰਬਾਣੀ ਦੇ ਮੁਤਾਬਕ ਆਪਣੇ ਜੀਵਨ ਨੂੰ ਢਾਲਦਾ ਹੋਇਆ, ਆਪਣੇ ਆਚਰਨ ਨੂੰ ਢਾਲਦਾ ਹੋਇਆ ਉਹ ਪਰਮਪਿਤਾ ਪਰਮਾਤਮਾ ਦੀ ਪ੍ਰਾਪਤੀ ਕਰ ਲੈਂਦਾ ਹੈ। ਉਹਦੇ ਅੰਤਰ ਹਿਰਦੇ ਅੰਤਰ ਦਸਵੇਂ ਦੁਆਰ ਦੇ ਵਿੱਚ ਅਨਹਦ ਧੁਨ ਵੱਜਣੀ ਸ਼ੁਰੂ ਹੋ ਜਾਂਦੀ ਹੈ, ਪਰ ਸੁਣਦੀ ਹੈ ਸਾਨੂੰ ਕੰਨਾਂ ਦੁਆਰਾ। ਇਸ ਤਰ੍ਹਾਂ ਲੱਗਦਾ ਹੈ ਕਿ ਸਾਨੂੰ ਕੰਨਾਂ ਦੇ ਵਿੱਚ ਵੱਜਦੀ, ਬਲਕਿ ਉਹ ਦਸਵੇਂ ਦੁਆਰ ਦੇ ਵਿੱਚ ਅਨਹਦ ਧੁਨ ਵੱਜਣੀ ਸ਼ੁਰੂ ਹੋ ਜਾਂਦੀ ਹੈ। ਅਤੇ ਗੁਰੂ ਸਾਹਿਬ ਕਹਿੰਦੇ ਆ ਵੀ ਜਦੋਂ ਗੁਰਸਿੱਖ ਪਿਆਰੇ ਦੇ ਅਨਹਦ ਧੁਨ ਸੁਣਨੀ ਸ਼ੁਰੂ ਹੋ ਜਾਵੇ ਕੰਨਾਂ ਦੇ ਵਿੱਚ, ਉਦੋਂ ਪਰਮਪਿਤਾ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰੂ ਸਾਹਿਬ ਕਹਿੰਦੇ ਆ ਅਨੰਦ ਸੁਣੋ ਵਡ ਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਿਹਾ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਣਹਦ ਤੂਰੇ। ਤੋ ਸਾਧ ਸੰਗਤ ਜੀ, ਇਹ ਅਸੀਂ ਗੁਰਬਾਣੀ ਜਿਹੜੀ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿੱਥੇ ਆਸਣ ਹੁੰਦਾ ਗੁਰਦੁਆਰਾ ਸਾਹਿਬ ਦੇ ਵਿੱਚ, ਅਸੀਂ ਉੱਥੇ ਗੁਰਬਾਣੀ ਜਦੋਂ ਪੜ੍ਹਦੇ ਹਾਂ ਅਤੇ ਇਹ ਗੁਰਬਾਣੀ ਸਾਨੂੰ ਐਸਾ ਆਚਰਨ, ਐਸਾ ਪਿਆਰ, ਐਸਾ ਵਿਹਾਰ, ਐਸਾ ਗਿਆਨ, ਐਸਾ ਕਰਮ, ਕਿਉਂਕਿ ਇਹ ਲੇਖਾ ਇਸ ਜੀਵਨ ਦੇ ਵਿੱਚ, ਇਸ ਮਨੁੱਖਾ ਜੀਵਨ ਦੇ ਵਿੱਚ ਸਿਰਫ ਅਤੇ ਸਿਰਫ ਕਰਮ ਦੁਆਰਾ ਹੀ ਹੋਣਾ ਹੈ, ਕਰਮਾਂ ਦਾ ਲੇਖਾ ਹੋਣਾ ਹੈ। ਜਿਸ ਨੇ ਕਿਸੇ ਨੇ ਚੰਗਾ ਬੀਜਿਆ ਉਸ ਨੂੰ ਚੰਗਾ ਫਲ ਮਿਲਦਾ ਹੈ, ਜਿਸ ਨੇ ਕਿਸੇ ਨੇ ਮੰਦਾ ਬੀਜਿਆ ਉਸ ਨੂੰ ਮੰਦਾ ਫਲ। ਜੈਸਾ ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਤੋ ਸਾਧ ਸੰਗਤ ਜੀ, ਅਸੀਂ ਇਹ ਗੁਰਬਾਣੀ ਤੋਂ ਗੁਣ ਲੈਣੇ ਹੈ, ਗੁਰਬਾਣੀ ਤੋਂ ਵਿਚਾਰ ਲੈਣੇ ਹੈ, ਗੁਰਬਾਣੀ ਤੋਂ ਅਸੀਂ ਮਾਰਗ ਦਰਸ਼ਨ ਲੈਣਾ ਹੈ। ਪਰ ਅਸੀਂ ਜਿਸ ਗੁਰੂ ਅਸਥਾਨ ਦੇ ਉੱਤੇ, ਜਿਸ ਬਿਲਡਿੰਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਪਈ ਹੈ, ਅਸੀਂ ਕਈ ਵਾਰੀ ਇਹ ਵੀ ਕਹਿ ਦਿੰਦੇ ਹਾਂ ਵੀ ਇਹ ਇਮਾਰਤਾਂ ਜਿਹੜੀਆਂ ਇਹ ਤਾਂ ਇੱਟਾਂ ਦਾ, ਪੱਥਰ ਗਾਰੇ ਦਾ ਘਰ ਹੈ। ਪਰ ਇੱਕ ਗੱਲ ਵਿਚਾਰ ਕਰਨੀ ਹੈ, ਜਿੱਥੇ ਅਸੀਂ ਇਸ ਨੂੰ ਅਸੀਂ ਜੜ ਵੀ ਕਹਿੰਦੇ ਹਾਂ, ਪਰ ਵਾਸਤਵ ਦੇ ਵਿੱਚ ਜਦੋਂ ਸਾਨੂੰ ਪਰਮਪਿਤਾ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ, ਅਨਹਦ ਧੁਨ ਸਾਡੇ ਵੱਜਣ ਲੱਗ ਜਾਂਦੀ ਹੈ, ਆਨੰਦ ਰਸ ਦੀ ਪ੍ਰਾਪਤੀ ਹੋ ਜਾਂਦੀ ਹੈ, ਅਸੀਂ ਪਰਮਾਤਮਾ ਦੇ ਨਾਲ ਇੱਕਮਿਕ ਹੋ ਜਾਂਦੇ ਹਾਂ। ਉਸ ਤੋਂ ਬਾਅਦ ਸਾਨੂੰ ਇਹ ਪੱਥਰ ਲੋਹੇ ਦੀ ਬਿਲਡਿੰਗ ਵੀ ਜਿਹੜੀ ਹੈ ਇਹ ਜੀਵਤ ਦਿਸਣੀ ਸ਼ੁਰੂ ਹੋ ਜਾਂਦੀ ਹੈ। ਕਿਉਂਕਿ ਜਿੱਥੇ ਬਾਣੀ ਪੜ੍ਹੀ ਜਾਂਦੀ ਹੈ ਨਾ, ਅਸੀਂ ਇਹ ਕਹਿੰਦੇ ਹਾਂ ਕਿ ਉਹ ਵਾਤਾਵਰਨ ਜਿਹੜਾ ਹੈ, ਉਹ ਵਾਈਬ੍ਰੇਸ਼ਨ ਜਿਹੜੀ ਹੈ ਉਹ ਆਨੰਦ ਵਾਲੀ ਹੋ ਜਾਂਦੀ ਹੈ, ਸੁੱਖ ਵਾਲੀ ਹੋ ਜਾਂਦੀ ਹੈ, ਪਰਮਾਤਮਾ ਦੀ ਪ੍ਰਾਪਤੀ ਵਾਲੀ ਹੋ ਜਾਂਦੀ ਹੈ। ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਅਸੀਂ ਇਹ ਵਾਈਬ੍ਰੇਸ਼ਨ ਨੂੰ ਮਹਿਸੂਸ ਕਰਦੇ ਹਾਂ, ਹਮੇਸ਼ਾ ਹੀ ਕਰਦੇ ਹਾਂ। ਪਰ ਇੱਕ ਗੱਲ ਵਿਚਾਰ ਕਰਨ ਵਾਲੀ ਹੈ ਵੀ ਇਹ ਪੱਥਰ ਇੱਟਾਂ ਦਾ ਘਰ ਜਿਹੜਾ ਹੈ, ਕੀ ਇਹ ਵੀ ਜੀਵਤ ਹੈ? ਕੀ ਵਾਸਤਵ ਦੇ ਵਿੱਚ ਜੀਵਤ ਹੈ? ਤਾਂ ਹੁਣ ਤੁਸੀਂ ਸੋਚੋ ਕਿ ਗੱਲ ਇੱਥੇ ਬਣਦੀ ਹੈ ਕਿ ਜਦੋਂ ਇਹ ਪੱਥਰ ਪਹਾੜਾਂ ਦੇ ਵਿੱਚ ਸੀ, ਉਦੋਂ ਬਹੁਤ ਵੱਡੇ ਵੱਡੇ ਢੇਲਿਆਂ ਦੇ ਰੂਪ ਦੇ ਵਿੱਚ, ਵੱਡੇ ਵੱਡੇ ਪੱਥਰਾਂ ਦੇ ਰੂਪ ਦੇ ਵਿੱਚ, ਵੱਡੇ ਵੱਡੇ ਪਹਾੜਾਂ ਦੇ ਰੂਪ ਦੇ ਵਿੱਚ ਸੀ। ਔਰ ਇਹ ਅਸੀਂ ਸਮਝਦੇ ਹਾਂ ਕਿ ਇਹ ਜੜ ਅਵਸਥਾ ਹੈ, ਪਰ ਨਹੀਂ, ਇਹ ਪੱਥਰ ਵੀ ਜੀਵ ਅਵਸਥਾ ਹੈ, ਜੀਵ ਹੈ ਇਹ, ਇਸ ਦੀ ਜ਼ਿੰਦਗੀ ਹੈ, ਇਸ ਦੇ ਵਿੱਚ ਪਰਮਾਤਮਾ ਦਾ ਵਾਸਾ ਹੈ, ਇਸ ਦੇ ਵਿੱਚ ਰੂਹ ਹੈ। ਕਿਉਂਕਿ ਗੁਰੂ ਸਾਹਿਬ ਕਹਿੰਦੇ ਆ, ਗੁਰੂ ਸਾਹਿਬ ਬਖਸ਼ਿਸ਼ ਕਰਦੇ ਹੈ ਸੁਖਮਨੀ ਸਾਹਿਬ ਦੇ ਵਿੱਚ, ਸੁਖਮਨੀ ਸਾਹਿਬ ਦੇ ਵਿੱਚ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੋਈ ਹੈ
ਵਣ ਤ੍ਰਿਣ ਪਰਬਤ ਹੈ ਪਾਰ ਬ੍ਰਹਮ। ਵਣ ਉਹਨਾਂ ਦਾ ਇੱਕ ਤਿਣਕਾ ਵੀ ਜਿਹੜਾ ਹੈ ਨਾ, ਲੱਕੜ, ਵਣ ਲੱਕੜੀ ਹੁੰਦੇ, ਪੌਦੇ ਹੁੰਦੇ ਆ, ਪੇੜ ਹੁੰਦੇ ਆ, ਔਰ ਉਸ ਦੀ ਲੱਕੜ ਵੀ ਬਣਦੀ ਹੈ, ਉਸ ਦੇ ਤਿਣਕੇ ਵੀ ਬਣਦੇ ਆ ਛੋਟੇ ਛੋਟੇ। ਪਰਬਤ ਪਹਾੜ ਜਿਹੜੇ ਪੱਥਰ ਹੁੰਦੇ ਆ, ਹੈ ਪਾਰ ਬ੍ਰਹਮ, ਭਾਵ ਇਹਨਾਂ ਦੇ ਪੱਥਰ ਦੇ ਵਿੱਚ, ਤ੍ਰਿਣ ਦੇ ਵਿੱਚ ਔਰ ਪਰਬਤ, ਵਣ ਔਰ ਤ੍ਰਿਣ ਔਰ ਪਰਬਤ ਦੇ ਵਿੱਚ ਵੀ ਪਰਮਾਤਮਾ ਹਾਜ਼ਰ ਹੈ। ਤੋ ਸਾਧ ਸੰਗਤ ਜੀ, ਅਸੀਂ ਵਿਚਾਰ ਕਰਦੇ ਹਾਂ ਕਿ ਇਹ ਪੱਥਰਾਂ ਦੇ ਵਿੱਚ ਜੀਵ, ਇਹ ਪੱਥਰ ਜੀਵ ਕਿਵੇਂ ਹੈ ਅਤੇ ਪੱਥਰਾਂ ਦੇ ਵਿੱਚ ਇਹਨਾਂ ਦੇ ਵਿੱਚ ਜੀਵਨ ਕਿਵੇਂ ਹੈ। ਜਦੋਂ ਇਹ ਪਹਾੜ ਰੂਪ ਹੁੰਦੇ ਹੈ, ਇਹ ਟੁੱਟਦੇ ਹੈ, ਟੁੱਟਦੇ ਪਾਣੀ ਦੇ ਜ਼ੋਰ ਨਾਲ ਹੈ, ਟੁੱਟ ਟੁੱਟ ਕੇ ਬਿਖਰ ਕੇ ਛੋਟੇ ਛੋਟੇ ਟੁਕੜੇ ਹੋ ਜਾਂਦੇ ਹੈ, ਕੋਈ ਵੱਡੇ ਹੋ ਜਾਂਦੇ ਹੈ। ਇਹ ਇਹਨਾਂ ਦਾ ਇੱਕ ਵੱਡੇ ਪਰਬਤ ਦਾ ਇਹ ਜੀਵਨ ਰੂਪ ਜਿਹੜਾ ਹੈ ਨਾ, ਦੂਸਰਾ ਚੋਲਾ ਬਦਲ ਕੇ ਇੱਕ ਹੋਰ ਚੋਲਾ ਬਣ ਜਾਂਦਾ ਹੈ। ਛੋਟੇ ਪਰਬਤ ਹੋ, ਪਹਾੜ ਹੋ, ਛੋਟੇ ਪੱਥਰ ਹੋ ਜਾਂਦੇ ਆ, ਔਰ ਛੋਟੇ ਪੱਥਰ ਫਿਰ ਹੋਰ ਟੁੱਟ ਜਾਂਦੇ ਆ, ਉਹ ਛੋਟੇ ਛੋਟੇ ਗੀਟੇ ਬਣ ਜਾਂਦੇ ਆ, ਫਿਰ ਇਹਨਾਂ ਦੀ ਜੂਨ ਬਦਲ ਜਾਂਦੀ ਹੈ। ਜੀਵਨ ਇਹਨਾਂ ਦਾ ਰਹਿੰਦਾ ਹੈ ਉਸੇ ਤਰ੍ਹਾਂ ਹੀ, ਜਿਸ ਤਰ੍ਹਾਂ ਪਹਾੜ ਦੇ ਵਿੱਚ ਸੀ ਉਵੇਂ ਜੇਕਰ ਪੱਥਰ ਦੇ ਵਿੱਚ ਜੀਵਨ ਹੋ ਜਾਂਦਾ, ਔਰ ਜਿਵੇਂ ਪੱਥਰ ਦੇ ਵਿੱਚ ਸੀ ਉਵੇਂ ਢੇਲਿਆਂ ਦੇ ਵਿੱਚ ਵੀ ਹੋ ਜਾਂਦਾ ਹੈ। ਹੁਣ ਇਹ ਢੇਲੇ ਜਿਹੜੇ ਪਾਣੀ ਦੇ ਨਾਲ ਚੱਲ ਚੱਲ ਕੇ ਹੌਲੀ ਹੌਲੀ ਟੁਕੜੇ ਟੁਕੜੇ ਹੋ ਕੇ ਇਹ ਬਰੇਤੀ ਦਾ ਰੂਪ ਧਾਰਨ ਕਰ ਜਾਂਦੇ ਆ। ਹੁਣ ਬਰੇਤੀ ਦੇ ਵਿੱਚ ਵੀ ਜੀਵਨ ਹੈ। ਜਿਹੜੀ ਬਰੇਤੀ ਅਸੀਂ ਇਹਨਾਂ ਬਿਲਡਿੰਗਾਂ ਦੇ ਵਿੱਚ ਇੱਟਾਂ ਜੋੜਨ ਵਾਸਤੇ ਲਾਉਣੇ ਆ, ਅਸੀਂ ਉਹ ਬਰੇਤੀ ਜੀਵਤ ਹੈ, ਉਹਦੇ ਵਿੱਚ ਵੀ ਪਰਮਾਤਮਾ ਹੈ। ਸਾਧ ਸੰਗਤ ਜੀ, ਇਹ ਬਰੇਤੀ ਵੀ ਜਿਹੜੀ ਹੈ ਹੌਲੀ ਹੌਲੀ ਪਾਣੀ ਦੇ ਨਾਲ ਘਿਸ ਘਿਸ ਕੇ, ਆਪਸ ਵਿੱਚ ਦੀ ਪੱਥਰਾਂ ਦੇ ਵਿੱਚ ਘਿਸ ਘਿਸ ਕੇ ਇਹ ਰੇਤਾ ਬਣ ਜਾਂਦੀ ਹੈ। ਕਈ ਵਾਰੀ ਤੁਸੀਂ ਨਹਿਰਾਂ 'ਚ ਦੇਖਿਆ ਹੋਣਾ ਨਾ, ਤੁਹਾਡੇ ਨਹਿਰਾਂ ਦੇ ਵਿੱਚ ਜਦੋਂ ਸੁੱਕ ਜਾਂਦੀਆਂ ਤੇ ਇੱਕ ਰੇਤਾ ਚਮਕਦਾਰ ਅਬਰਕ ਵਾਲਾ ਚਮਕ ਆਉਂਦੀ ਹੈ ਉਹਦੇ ਵਿੱਚੋਂ, ਉਹ ਰੇਤਾ ਇੱਕ ਤੁਸੀਂ ਦੇਖਦੇ ਹੋ, ਉਹ ਪਹਾੜ ਦਾ ਹੀ ਇੱਕ ਰੂਪ ਹੈ, ਇੱਕ ਜੀਵਨ ਹੈ। ਜਿਵੇਂ ਮਨੁੱਖ ਦਾ ਜੀਵਨ ਖਤਮ ਹੋ ਕੇ ਦੂਜੇ ਜੀਵਨ 'ਚ ਪੈ ਜਾਂਦਾ, ਤੀਜੇ ਜੀਵਨ 'ਚ ਪੈ ਜਾਂਦਾ, ਇਸੇ ਤਰ੍ਹਾਂ ਪੱਥਰ ਵੀ ਜਿਹੜਾ ਜੀਵਤ ਹੈ ਔਰ ਜੀਵਨ ਦੇ ਵਿੱਚ ਦੂਜੇ ਤੀਜੇ ਚੌਥੇ ਦੇ ਵਿੱਚ ਇਹ ਪੈਂਦਾ ਰਹਿੰਦਾ ਹੈ। ਇਸ ਤਰ੍ਹਾਂ ਇਹ ਰੇਤਾ ਵੀ ਜਿਹੜਾ ਹੈ ਇਹ ਬਿਲਡਿੰਗਾਂ ਦੇ ਵਿੱਚ ਕੰਮ ਆਉਂਦਾ ਹੈ, ਔਰ ਇਹ ਜੀਵਤ ਰੂਪ ਹੀ ਇਹ ਗੁਰਦੁਆਰਾ ਜਾਂ ਸਾਡੀ ਬਿਲਡਿੰਗਾਂ ਦੇ ਵਿੱਚ ਇਹ ਕੰਮ ਆਉਂਦਾ। ਔਰ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਜਿਹੜੇ ਪੱਥਰ ਦੇ ਮਕਾਨ ਅਸੀਂ ਬਣਾਉਣੇ ਆ, ਅਸੀਂ ਇਹਨਾਂ ਨੂੰ ਜੜ ਕਹਿੰਦੇ ਹਾਂ, ਪਰ ਅਸਲ ਦੇ ਵਿੱਚ ਇਹ ਜੜ ਨਹੀਂ ਹੈ, ਇਹ ਜੀਵਤ ਹੈ। ਸਾਡੇ ਮਕਾਨ ਵੀ, ਸਾਡੇ ਗੁਰੂ ਘਰ ਦੀਆਂ ਬਿਲਡਿੰਗਾਂ ਵੀ, ਅਸੀਂ ਕੁਛ ਵੀ ਬਣਾਉਂਦੇ ਹਾਂ ਸੰਸਾਰ ਦੇ ਵਿੱਚ ਜੋ ਦੇਖਦੇ ਹਾਂ, ਉਹ ਹਰ ਜੀਵਤ ਹੈ, ਹਰ ਚੀਜ਼ ਜੀਵ ਹੈ, ਚਾਹੇ ਉਹ ਪੱਥਰ ਹੋਵੇ, ਚਾਹੇ ਉਹ ਪੇੜ ਪੌਦੇ ਹੋਣ, ਚਾਹੇ ਉਹ ਲੱਕੜ ਕਿਉਂ ਨਾ ਹੋਵੇ। ਹੁਣ ਤੁਸੀਂ ਹਿਸਾਬ ਲਾ ਲਓ ਬਈ, ਅਸੀਂ ਪੱਥਰ ਮਕਾਨ ਬਣਾਉਣੇ ਆ ਅਤੇ ਮਕਾਨ ਵੀ ਦਾਸ ਇਹ ਕਹਿੰਦਾ ਕਿ ਇਹ ਜੀਵਤ ਹੈ। ਕਿਵੇਂ ਜੀਵਤ ਹੈ? ਕਿ ਜਦੋਂ ਤੱਕ ਇਹ ਮਕਾਨ ਦੇ ਵਿੱਚ ਗੁਣੀਆਂ ਰਹਿੰਦਾ ਹੈ, ਗੁਣੀਆਂ ਭਾਵ 90 ਦੀ ਡਿਗਰੀ ਦਾ ਕੋਣ ਬਣ ਕੇ ਜਿਵੇਂ ਜਿਵੇਂ ਇਹਦੀ ਉਸਾਰੀ ਮਤਲਬ ਬਿਲਕੁਲ ਸਿੱਧੀ ਤਾਂ ਤੱਕਰ ਚਲੀ ਜਾਂਦੀ ਹੈ, ਉਹਨਾਂ ਚਿਰ ਇਹ ਜੀਵਤ ਰਹਿੰਦਾ ਹੈ। ਔਰ ਜਦੋਂ ਇਸ ਦਾ ਗੁਣੀਆਂ ਖਤਮ ਹੋ ਜਾਂਦਾ ਹੈ, ਭਾਵ ਕਿਸੇ ਵੀ ਤਰੀਕੇ ਨਾਲ ਥੱਲਿਓਂ ਨਹੀਂ ਹਿੱਲ ਜਾਵੇ ਜਾਂ ਕੁਝ ਹੋਰ ਹੋ ਜਾਵੇ, ਫਿਰ ਇਹ ਇੱਕ ਪਾਸੇ ਨੂੰ ਡਿੱਗਣ ਦੀ ਅਵਸਥਾ ਦੇ ਵਿੱਚ ਆ ਜਾਂਦਾ ਹੈ। ਔਰ ਉਦੋਂ ਇਸ ਨੂੰ ਕਹਿੰਦੇ ਹੈ ਕਿ ਇਹ ਜਦੋਂ ਡਿੱਗ ਜਾਂਦਾ ਹੈ ਤਾਂ ਇਹਦਾ ਗੁਣੀਆਂ ਖਤਮ ਹੋ ਜਾਂਦਾ ਹੈ, ਭਾਵ ਇਹਦਾ ਜੀਵਨ ਇਸ 'ਚੋਂ ਨਿਕਲ ਕੇ ਖਤਮ ਨਹੀਂ ਹੁੰਦਾ, ਪਰ ਇਹਦਾ ਜੀਵਨ, ਇਹ ਜੀਵਨ ਜਿਹੜਾ ਮਕਾਨ ਦਾ ਹੁੰਦਾ ਇਹ ਖਤਮ ਹੋ ਜਾਂਦਾ। ਫਿਰ ਵੀ ਇਹ ਇੱਟਾਂ ਰੋੜੇ ਬਜਰੀ ਜਿਹੜੇ ਹੈ ਇੱਕ ਅਲੱਗ ਅਵਸਥਾ ਦੀ ਜੀਵਨ ਦੇ ਵਿੱਚ, ਇੱਟਾਂ ਦੇ ਵੀ ਟੁਕੜੇ ਹੋ ਕੇ ਇੱਕ ਅਵਸਥਾ, ਉਹਦੀ ਜੂਨੀ ਜਿਹੜੀ ਹੈ, ਪੱਥਰਾਂ ਦੀ ਵੀ ਜੂਨੀ ਹੈ ਜਿਹੜੀ, ਉਹ ਇੱਕ ਅਲੱਗ ਅਵਸਥਾ 'ਚ ਆ ਜਾਂਦੀ ਹੈ। ਇਸ ਕਰਕੇ ਦਾਸ ਇਹ ਕਹਿੰਦਾ ਕਿ ਭਾਈ ਇਹ ਜੱਗ ਸਾਰਾ ਜਿਹੜਾ ਹੈ ਨਾ, ਇਹ ਜੀਵਤ ਹੈ, ਜਿਉਂਦੀ ਜਾਗਦੀ ਸੱਚੇ ਦੀ ਕੋਠੜੀ ਹੈ। ਜੇ ਕਿਤੇ ਅਸੀਂ ਪਰਮ ਪਿਤਾ ਪਰਮਾਤਮਾ ਦੀ ਸ਼ਰਨ ਦੇ ਵਿੱਚ ਹੋ ਕੇ ਇਸ ਜੱਗ ਨੂੰ ਦੇਖੀਏ, ਸਾਡੀ ਨਿਗਾਹ ਉਸ ਪਰਮਾਤਮਾ ਨੂੰ ਇਸ ਪੱਥਰਾਂ ਦੇ ਵਿੱਚੋਂ ਵੀ ਪ੍ਰਾਪਤ ਕਰੇਗੀ। ਪੱਥਰਾਂ ਦੇ ਵਿੱਚ ਵੀ ਸਾਨੂੰ ਪਰਮਾਤਮਾ ਦੇ ਦਰਸ਼ਦਾਰੇ ਹੋਣਗੇ। ਸਾਧ ਸੰਗਤ ਜੀ, ਐਸੀ ਅਵਸਥਾ ਹੈ, ਐਸੀ ਅਵਸਥਾ ਹੀ ਮੰਨ ਲਓ ਅਸੀਂ ਲੱਕੜ ਹੈ,
पेड़ पौधे आ। पहलां की सी? लकड़ एक बीज सी। बीज बीजिया, पानी दिता, पौधा अंकुर बन गया, अंकुर तो पौधा बनना शुरू हो गया, पौधा तो पेड़ बन गया, पेड़ पेड़ बहुत वड्डा हो गया और उसके वड्डे वड्डे टाण हो गए और ਜਿਹੜੇ कि जिसनों असीं ਲੱਕੜ ਕਹਿੰਦੇ ਆ। ਜਿੰਨਾ ਚਿਰ ਤਾਂ ਉਹ ਹਰੇਵਾਈ ਹੈ, ਪਰਮਾਤਮਾ ਉਸ ਦੇ ਵਿੱਚ ਸਮਾਇਆ ਹੋਇਆ, ਉਹ ਹਰਾ ਰਹੇਗਾ। ਜਦੋਂ ਉਸ ਦੇ ਪੱਤਿਆਂ ਦੇ ਵਿੱਚੋਂ ਹਰੇਵਾਈ ਜੀਵਨ ਖਤਮ ਹੋ ਜਾਂਦਾ, ਪੱਤੇ ਝੜ ਕੇ ਥੱਲੇ ਡਿੱਗ ਪੈਂਦੇ ਆ, ਪੱਤੇ ਝੜ ਕੇ ਹੋਰ ਅਵਸਥਾ ਦੇ ਵਿੱਚ ਆਪਣਾ ਜੀਵਨ ਬਣਾ ਲੈਂਦੇ ਆ। ਅੱਛਾ, ਇਹ ਲੱਕੜ ਜਿਹੜੀ ਅਸੀਂ ਕੱਟ ਕੇ ਅਸੀਂ ਛੱਡ ਦਿੰਦੇ ਆ, ਇੱਕ ਟਾਹਣਾ पेड़ का जिहड़ा ਉਹਦੀ अवस्था, उस बीज की अवस्था जिहड़ी है कुछ अलग तरीके की बन के वो जीवन उस दे विच भी हुंदा है। अच्छा, जदों असी लक्कड़ नूं असी चीर के फट्टे बना लैंदे आ, कोई अपने काम दीयां वस्तुआं जिहड़ियां है वो बना लैंदे आ, ते उदों वो जो भी असी चीज़ बनाउणे आ, मधानी बनाउणे आ, दरवाजे बनाउणे आ, असी घोटना बनाउणे आ, असी वेलना बनाउणे आ, जां असी जो भी वस्तु उस दी बनाउणे आ, मेज़ बनाउणे आ, कुर्सियां बनाउणे आ, उन्हां दे विच भी जीवन हुंदा है। जिन्ना चिर वो कुर्सियां मेज़ परमात्मा दे जीव दे रूप दे विच जीवित रहिंदे आ, उन्ना चिर वो कायम रहिंदे आ। और जदों उस दे विचों परमात्मा दा जीवन निकल जांदा है, भाव वो जर्जर हो जांदियां, वो फिर किसी काम दियां नहीं होंदियां, उन्हां नूं मृत घोषित किया जाता। पर मृत नहीं होंदियां, वो भी अपना अलग बदल के अपना जीवन ਉਹਨਾਂ ਨੂੰ ਲੱਕੜਾਂ ਨੂੰ ਅੱਗ ਬਾਲਣ ਦੇ ਕੰਮ ਲਿਆ ਜਾਂਦਾ, ਰੋਟੀ ਪਕਾਉਣ ਦੇ ਕੰਮ ਲਿਆ ਜਾਂਦਾ, ਤੇ ਫਿਰ ਉਹ ਅੱਗ ਵੀ ਜਿਹੜੀ ਜੀਵਤ ਰੂਪ ਹੁੰਦੀ ਹੈ। ਉਹ ਅੱਗ ਵੀ ਜਿਹੜੀ ਹੈ ਕਿਸੇ ਦੇ ਰੋਟੀ ਪਕਾਉਣ ਦਾ ਸਾਧਨ ਬਣਦੀ ਹੈ, ਔਰ ਰੋਟੀ ਜਿਹੜੀ ਹੈ ਉਹ ਵੀ ਜੀਵਤ ਹੁੰਦੀ ਹੈ। ਰੋਟੀ ਦੇ ਵਿੱਚ ਵੀ ਪਰਮਾਤਮਾ ਹੁੰਦਾ ਹੈ, ਔਰ ਰੋਟੀ ਜਦੋਂ ਅਸੀਂ ਖਾਂਦੇ ਹਾਂ ਤਾਂ ਸਾਡੇ ਅੰਦਰ ਵੀ ਪਰਮਾਤਮਾ ਦਾ ਜੀਵ ਰੂਪ ਜਿਹੜਾ ਹੈ ਰੋਟੀ ਬਣ ਕੇ ਸਾਨੂੰ ਤਾਕਤ ਬਖਸ਼ਦਾ ਹੈ। ਇਹ ਸਾਧ ਸੰਗਤ ਜੀ, ਇਹ ਜਦੋਂ ਨਿਗਾਹ ਸਾਡੀ ਥੋੜ੍ਹੀ ਜਿਹੀ ਬਰੀਕ ਹੋ ਜਾਵੇ ਨਾ, ਬੁੱਲਾ ਕਹਿੰਦਾ ਕਿ ਬੋਲਿਆ ਰੱਬ ਤਾਂ ਇੱਥੋਂ ਵੱਖ ਨਹੀਂ, ਪਰ ਵੇਖਣ ਵਾਲੀ ਅੱਖ ਨਹੀਂ। ਰੱਬ ਤਾਂ ਸਾਡੇ ਆਸੇ ਪਾਸੇ ਚਾਰੇ ਪਾਸੇ ਦਿਖ ਰਿਹਾ ਹੈ, ਸਾਨੂੰ ਆਪਣੀ ਉਪਸਥਿਤੀ ਨਜ਼ਰ ਕਰਾ ਰਿਹਾ ਹੈ, ਪਰ ਸਾਡੀ ਅੱਖ ਉਦੋਂ ਹੀ ਬਣਦੀ ਹੈ ਜਦੋਂ ਸਾਨੂੰ ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਉਦੋਂ ਪਰਮਾਤਮਾ ਸਾਨੂੰ ਜਰੇ ਜਰੇ ਦੇ ਵਿੱਚ, ਕਣ ਕਣ ਦੇ ਵਿੱਚ, ਪੱਤੇ ਪੱਤੇ ਦੇ ਵਿੱਚ, ਪੇੜ ਪੌਦੇ ਦੇ ਵਿੱਚ, ਪਸ਼ੂਆਂ ਪਕਸ਼ੀਆਂ ਦੇ ਵਿੱਚ, ਹੋਰ ਅਨੇਕਾਂ ਥਾਵਾਂ ਦੇ ਉੱਤੇ, ਪਹਾੜਾਂ ਦੇ ਵਿੱਚ, ਹਵਾ ਦੇ ਵਿੱਚ, ਪੌਣ ਦੇ ਵਿੱਚ, ਪਾਣੀ ਦੇ ਵਿੱਚ, ਧਰਤੀ ਦੇ ਵਿੱਚ ਸਾਨੂੰ ਇਹ ਪਰਮ ਪਿਤਾ ਪਰਮਾਤਮਾ ਹਮੇਸ਼ਾ ਦਿਸਣਾ ਸ਼ੁਰੂ ਹੋ ਜਾਂਦਾ ਜਦੋਂ ਅਸੀਂ ਬਰੀਕੀ ਨਾਲ ਸੋਚਦੇ ਹਾਂ। ਸਾਧ ਸੰਗਤ ਜੀ, ਇਹ ਲੱਕੜ ਮੰਨ ਲਓ, ਲੱਕੜ ਨੂੰ ਅਸੀਂ ਚੀਰ ਲਿਆ, ਚੀਰ ਕੇ ਇੱਕ ਇਹਦਾ ਜੂਨੀ ਬੂਰੇ ਵਾਲੀ ਵੀ ਬਣਦੀ ਹੈ। ਇੱਕ ਜਦੋਂ ਅਸੀਂ ਲੱਕੜ ਚੀਰਦੇ ਹਾਂ ਨਾ, ਇੱਕ ਪਾਸੇ ਬੂਰਾ ਬਣਦਾ, ਇੱਕ ਪਾਸੇ ਫੱਟੇ ਬਣ ਜਾਂਦੇ ਆ ਜੋ ਸਾਡੇ ਕੰਮ ਆਉਂਦੇ ਆ। ਕੋਈ ਕੁਰਸੀਆਂ ਬਣਾਉਣ ਦੇ ਕੰਮ ਆਉਂਦਾ, ਕੋਈ ਵੇਲਣੇ ਬਣਾਉਂਦੇ, ਕੋਈ ਚਕਲੇ ਵੇਲਣ ਦੇ ਕੰਮ ਆਉਂਦਾ, ਕੋਈ ਕਿਸੇ ਤਰੀਕੇ ਨਾਲ ਵੀ ਇਹ ਲੱਕੜ ਕੰਮ ਆਉਂਦੀ ਆ। ਤੋ ਇਹ ਸਾਰੇ ਸਰੂਪ ਜੀਵਤ ਹੈ ਉਸ ਬੀਜ ਦੇ, ਜਿਸ ਬੀਜ ਦਾ ਇਹ ਪੌਦਾ ਸੀ ਨਾ, ਪੌਦੇ ਦਾ ਜਿਹੜਾ ਬੀਜ ਸੀ, ਉਸ ਪੌਦੇ ਦਾ ਜਿਹੜਾ ਜੀਵਨ ਸੀ, ਉਹੀ ਇਹ ਜੀਵਨ ਬਦਲ ਬਦਲ ਕੇ ਹੌਲੀ 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 ਅਵਸਥਾਵਾਂ ਦਾ ਬਦਲਦਾ ਹੋਇਆ ਇਹ ਜੀਵਨ ਚੱਲਦਾ ਰਹਿੰਦਾ। ਅਖੀਰ ਮੰਨ ਲਓ ਲੱਕੜ ਦੀ ਵੀ ਅਸੀਂ ਸੁਆਹ ਬਣਾ ਦਿੱਤੀ, ਬੂਰੇ ਦੀ ਵੀ ਸੁਆਹ ਬਣ ਗਈ, ਬਾਲ ਦਿੱਤਾ, ਸੁਆਹ ਬਣ ਗਈ। ਇਹ ਸੁਆਹ ਵੀ ਜਿਹੜੀ ਜੀਵਤ ਰੂਪ ਹੈ, ਇਹ ਸੁਆਹ ਮਰੀ ਨਹੀਂ ਹੈ ਹਾਲੇ, ਸੁਆਹ ਵੀ ਜੀਵਤ ਹੈ। ਕਈ ਤਰੀਕਿਆਂ ਦੇ ਵਿੱਚ ਸਾਡੇ ਇਹ ਕੰਮ ਆਉਂਦੀ ਹੈ। ਅਮੂਮਨ ਸ਼ਾਇਦ ਅਸੀਂ ਬਹੁਤ ਲੋਕ ਘੱਟ ਹੋ ਜਾਣਦੇ ਹੋਣੇ ਆ ਕਿ ਪਹਿਲਾਂ ਪਿੰਡਾਂ ਦੇ ਲੋਕ ਜਿਹੜੇ ਸੀ ਨਾ, ਇਹ ਰਾਖ ਨੂੰ, ਸੁਆਹ ਨੂੰ, ਜਿਹਨੂੰ ਅਸੀਂ ਸੁਆਹ ਕਹਿੰਦੇ ਹਾਂ, ਪਾਣੀ ਦੇ ਵਿੱਚ ਪਾ ਕੇ ਇਸ ਦਾ ਪਾਣੀ ਜਿਹੜਾ ਨਿਤਾਰ ਕੇ ਤੇ ਕੱਪੜੇ ਧੋਂਦੇ ਹੁੰਦੇ ਸੀ। ਇਹ ਵੀ ਜੀਵਤ ਸੀ, ਇਹ ਜੀਵਤ ਸੀ ਤਾਂ ਹੀ ਕੱਪੜੇ ਧੋਤੇ ਜਾਂਦੇ ਸੀ, ਮੈਲ ਕੱਟੀ ਜਾਂਦੀ ਸੀ। ਨਾਮ ਜੀਵਤ, ਨਾਮ ਜਿਹੜਾ ਹੈ ਨਾ, ਜਿਵੇਂ ਨਾਮ ਸਾਡੇ ਮਨ ਦੀ ਮੈਲ ਕੱਟਦਾ ਹੈ, ਇਵੇਂ ਜ਼ਿਕਰ ਇਹ ਸੁਆਹ ਵੀ ਜਿਹੜੀ ਹੈ ਸਾਡੇ ਮਨ ਦੀ ਮੈਲ ਕੱਟਦੀ ਸੀ। ਇਸ ਤਰ੍ਹਾਂ ਨਾਲ ਕੱਪੜਿਆਂ ਦੀ ਮੈਲ ਕੱਟਦੀ ਸੀ ਉਹ। ਤੋ ਇਸ ਤਰ੍ਹਾਂ ਦਾ ਇੱਕ ਜੀਵਨ ਹੈ ਜਿਹੜਾ ਸਾਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਹੜੇ ਮਹਾਂਪੁਰਸ਼ਾਂ ਦੀ ਕਿਰਪਾ
ਮਹਾਂਪੁਰਸ਼ਾਂ 'ਤੇ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ, ਉਹਨਾਂ ਨੂੰ ਫਿਰ ਹਰ ਥਾਂ ਦੇ ਉੱਤੇ ਜਰੇ ਜਰੇ ਦੇ ਵਿੱਚ, ਪੇੜ ਪੌਦੇ ਦੇ ਵਿੱਚ, ਹਰ ਵਸਤੂ ਦੇ ਵਿੱਚ ਪਰਮਾਤਮਾ ਦਿਸਣਾ ਸ਼ੁਰੂ ਹੋ ਜਾਂਦਾ। ਫਿਰ ਉਹ ਕੁਛ ਨਹੀਂ ਬੋਲਦੇ, ਉਹਨਾਂ ਨੂੰ ਇੱਕ ਹੀ ਨਜ਼ਰ ਆਉਂਦਾ, ਇੱਧਰ ਦੇਖਦੇ ਆ ਤਾਂ ਵੀ ਪਰਮਾਤਮਾ, ਇੱਧਰ ਦੇਖਦੇ ਆ ਤਾਂ ਵੀ ਪਰਮਾਤਮਾ, ਹਵਾ ਨੂੰ ਦੇਖਦੇ ਆ ਤਾਂ ਵੀ ਪਰਮਾਤਮਾ, ਚੰਦ ਵੱਲੇ ਦੇਖਦੇ ਆ ਤਾਂ ਵੀ ਪਰਮਾਤਮਾ, ਤਾਰਿਆਂ ਵੱਲ ਦੇਖਦੇ, ਚੰਦ 'ਚ ਤਾਂ ਜੀਵਨ ਹੈ ਹੀ ਹੈ, ਸੂਰਜ 'ਚ ਜੀਵਨ ਹੈ ਹੀ ਹੈ, ਤਾਰਿਆਂ 'ਚ ਵੀ ਜੀਵਨ ਹੈ ਹੀ ਹੈ। ਉਹਨਾਂ ਨੂੰ ਹਰ ਪਾਸੇ, ਹਵਾ ਦੇ ਵਿੱਚ, ਪਾਣੀ ਦੇ ਵਿੱਚ, ਹਰ ਪੇੜ ਪੌਦੇ ਦੇ, ਹਰ ਪੱਥਰ ਦੇ ਵਿੱਚ, ਹਰ ਰੋੜੇ ਵੱਟੇ ਦੇ ਵਿੱਚ ਵੀ, ਮਤਲਬ ਹਰ ਸੜਕ ਦੇ ਉੱਤੇ ਚੱਲਦਿਆਂ ਹੋਇਆਂ ਕਣ ਦੇ ਵਿੱਚ ਵੀ ਉਹਨਾਂ ਨੂੰ ਜਿਹੜਾ ਹੈ ਪਰਮਪਿਤਾ ਪਰਮਾਤਮਾ ਦੀ ਅਵਸਥਾ ਦਿਸਣੀ ਸ਼ੁਰੂ ਹੋ ਜਾਂਦੀ ਹੈ। ਐਸੀਆਂ ਰੂਹਾਂ ਹੀ ਜੀਵਤ ਰੂਪ ਹੋ ਕੇ ਜਨਮ ਮਰਨ ਕਾ ਭਉ ਗਿਆ, ਦਮ ਦਮ ਸਦਾ ਸੰਭਾਲਦਾ, ਦਮ ਨ ਬਿਰਥਾ ਜਾਏ, ਜਨਮ ਮਰਨ ਕਾ ਭਉ ਗਿਆ, ਜੀਵਨ ਪਦਵੀ ਪਾਏ। ਫਿਰ ਉਹਨਾਂ ਗੁਰਮੁਖ ਪਿਆਰਿਆਂ ਨੂੰ, ਬ੍ਰਹਮ ਗਿਆਨੀਆਂ ਨੂੰ ਪਰਮਾਤਮਾ ਦਾ ਗਿਆਨ ਹੋ ਜਾਂਦਾ ਕਿ ਪਰਮਾਤਮਾ ਤੋਂ ਅਸੀਂ ਵੱਖ ਨਹੀਂ ਹਾਂ, ਔਰ ਅਸੀਂ ਜਿਵੇਂ ਅਸੀਂ ਹਾਂ, ਅਸੀਂ ਵੀ ਜੀਵ ਰੂਪ ਹਾਂ। ਜਦੋਂ ਅਸੀਂ, ਸਾਡੇ 'ਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ, ਸਾਨੂੰ ਇਹ ਗਿਆਨ ਪ੍ਰਾਪਤ ਹੋ ਜਾਂਦਾ। ਸਾਡਾ ਜੀਵਨ ਜਿਹੜਾ ਹੈ ਉਹ ਨਾਮ ਦੇ ਸਿਮਰਨ ਦੇ ਸਦਕਾ ਹਮੇਸ਼ਾ ਅਮਰ ਰਹਿੰਦਾ ਹੈ। ਨਾਮ ਦੇ ਸਦਕਾ ਇਹ ਸਾਡਾ ਜੀਵਨ ਜਿਹੜਾ ਜੀਵਤ ਹੋ ਜਾਂਦਾ ਹੈ। ਜਿਵੇਂ ਇਹ ਪੇੜ ਪੌਦੇ ਪਰਮਾਤਮਾ ਦੇ ਗੁਣੀਆਂ ਦੇ ਸਦਕਾ, ਗੁਣੀਆਂ ਕੀ ਹੈ? ਪਰਮਾਤਮਾ ਦਾ ਨਾਮ ਹੈ, ਪਰਮਾਤਮਾ ਦਾ ਗੁਣ ਹੈ, ਪਰਮਾਤਮਾ ਦੀ ਇੱਕ ਜੀਵਤ ਅਵਸਥਾ ਦਾ ਨਾਮ ਹੈ, ਜਿੰਦ ਦਾ ਨਾਮ ਹੈ, ਜਿਹਨੂੰ ਅਸੀਂ ਜੀਵ ਕਹਿੰਦੇ ਹਾਂ। ਇਸੇ ਤਰ੍ਹਾਂ ਸਾਨੂੰ ਵੀ ਇਹ ਗਿਆਨ ਜਦੋਂ ਪ੍ਰਾਪਤ ਹੁੰਦਾ ਹੈ ਅਤੇ ਸਾਡੀ ਰੂਹ ਨੂੰ ਇਹ ਮਹਿਸੂਸ ਹੋਣਾ ਜਾ ਸਕਦਾ ਹੈ, ਭਾਵੇਂ ਅਸੀਂ ਮਰ ਜਾਈਏ, ਸਾਡੀ ਰੂਹ ਤਾਂ ਫਿਰ ਵੀ ਕਾਇਮ ਰਹੇਗੀ, ਔਰ ਸਾਡੀ ਰੂਹ ਕੋਈ ਹੋਰ ਜੀਵਨ ਧਾਰਨ ਕਰ ਲਏਗੀ, ਸਾਡੀ ਕੋਈ ਰੂਹ ਹੋਰ ਜੂਨੀ ਧਾਰਨ ਕਰ ਲਏਗੀ। ਔਰ ਜਿਹੜੀਆਂ ਗੁਰਮੁਖ ਪਿਆਰੀਆਂ ਰੂਹਾਂ ਫਿਰ ਇਸ ਤਰ੍ਹਾਂ ਦੇ ਨਾਲ ਸਮਝ ਕੇ ਪਰਮਾਤਮਾ ਨਾਲ ਜੁੜ ਜਾਂਦੀਆਂ, ਪਰਮਾਤਮਾ ਦੇ ਨਾਮ ਸਿਮਰਨ ਦੁਆਰਾ ਜਪ ਕਰਦੀਆਂ ਹੋਈਆਂ, ਸਿਮਰ ਕੇ ਸਿਮਰ ਸਿਮਰ ਅਤੇ ਸਦਾ ਸੰਭਾਲੋ, ਇਸ ਤਰ੍ਹਾਂ ਦੀ ਅਵਸਥਾ ਪਰਮਾਤਮਾ ਦਾ ਟੇਕ ਲੈਂਦੇ ਹੋਏ ਉਹ ਗੁਰਮੁਖ ਪਿਆਰੇ ਦਮ ਦਮ ਸਦਾ ਸੰਭਾਲਦਾ ਆਪਣਾ ਉਸ ਦਾ ਪਰਮਾਤਮਾ ਦਾ ਨਾਮ ਸਿਮਰਨ ਕਰਦੇ ਹੋਏ ਪਰਮਾਤਮਾ ਦੀ ਸ਼ਰਨ ਦੇ ਵਿੱਚ ਰਹਿੰਦੇ ਆ, ਪਰਮਾਤਮਾ ਦੀ ਟੇਕ ਦੇ ਵਿੱਚ ਰਹਿੰਦੇ ਆ। ਉਹ ਰੂਹਾਂ ਨੂੰ ਫਿਰ ਜਿਹੜਾ ਹੈ ਜੀਵਨ, ਸਦਾ ਜੀਵਨ ਦੀ ਪ੍ਰਾਪਤੀ ਹੋ ਜਾਂਦੀ ਹੈ। ਉਹਨਾਂ ਦਾ ਆਵਾਗਮਨ ਕੱਟਿਆ ਜਾਂਦਾ ਹੈ, ਔਰ ਉਹ ਰੂਹਾਂ ਜਿਹੜੀਆਂ ਪਰਮਾਤਮਾ ਦੇ ਸੱਚਖੰਡ ਦੇ ਦੁਆਰੇ ਦੇ ਉੱਤੇ ਬੈਠ ਕੇ ਪਰਮਾਤਮਾ ਦੇ ਦਰਸਦਾਰੀਆਂ ਕਰਦੀਆਂ, ਔਰ ਉਹ ਰੂਹਾਂ ਜੀਵਤ ਹੋ ਕੇ ਉਹਨਾਂ ਦਾ ਆਵਾਗਮਨ ਜਿਹੜਾ ਉਹ ਕੱਟਿਆ ਜਾਂਦਾ। ਔਰ ਜੋ ਕਵਲਿਆ ਮੋਕਸ਼ ਜਿਸ ਨੂੰ ਕਹਿੰਦੇ ਹੈ, ਭਾਵ ਆਵਾਗਮਨ ਦਾ ਆਵਾਗਮਨ ਦਾ ਜੋ ਚਲਨ ਹੈ, ਜਨਮ ਮਰਨ ਦਾ ਚੱਕਰ ਹੈ 84 ਲੱਖ ਜੂਨੀਆਂ ਦਾ, ਉਹ ਉਸ ਰੂਹ ਦਾ ਕੱਟਿਆ ਜਾਂਦਾ, ਔਰ ਉਹ ਰੂਹ ਪਰਮਾਤਮਾ ਦੇ ਨਾਲ ਮੇਲਣ ਕਰ ਲੈਂਦੀ ਆ। ਔਰ ਅਸੀਂ ਵੈਸੇ ਮਤਲਬ ਜਿੰਨਾ ਚਿਰ ਸਾਡੇ ਹਿਰਦੇ ਦੇ ਵਿੱਚ ਵਾਹਿਗੁਰੂ ਦਾ ਨਾਮ ਨਹੀਂ ਹੁੰਦਾ, ਅਸੀਂ ਗੁਰੂ ਵਾਲੇ ਨਹੀਂ ਬਣੇ ਹੁੰਦੇ, ਉਦੋਂ ਸਾਡੀ ਇਹ ਰੂਹ ਜਿਹੜੀ ਹੈ ਮ੍ਰਿਤ ਅਵਸਥਾ ਦੇ ਵਿੱਚ ਹੁੰਦੀ ਹੈ, ਜੜ ਅਵਸਥਾ ਦੇ ਵਿੱਚ ਹੁੰਦੀ ਹੈ। ਇਹ ਜੜ ਅਵਸਥਾ ਸਦਾ ਹੀ ਨਹੀਂ ਹੁੰਦੀ, ਇੱਕ ਟੈਂਪਰੇਰੀ ਹੁੰਦੀ ਹੈ। ਜਦੋਂ ਇਹਨੂੰ ਪਰਮਾਤਮਾ ਦਾ ਨਾਮ ਮਿਲ ਜਾਂਦਾ, ਉਦੋਂ ਇਹ ਜੀਵਤ ਹੋਣੀ ਸ਼ੁਰੂ ਹੋਈ। ਜਿਵੇਂ ਕਿਸੇ ਰੂਹ ਨੂੰ, ਕਿਸੇ ਪੇੜ ਪੌਦੇ ਨੂੰ ਪਾਣੀ ਪਾ ਦਿੱਤਾ ਜਾਵੇ, ਕਿਸੇ ਰੂਹ ਨੂੰ ਪਾਣੀ ਪਿਆ ਦਿੱਤਾ ਜਾਵੇ, ਪਿਆਸ ਲੱਗੀ ਹੋਵੇ ਅਤੇ ਉਹਨੂੰ ਸਾਹ ਆਉਣੇ ਸ਼ੁਰੂ ਹੋ ਜਾਂਦੇ ਆ, ਉਹਦਾ ਜੀਅ ਸੌਖਾ ਹੋ ਜਾਂਦਾ, ਉਹਨੂੰ ਐਸਾ ਲੱਗਣ ਲੱਗ ਜਾਂਦਾ ਕਿ ਮੈਂ ਹੁਣ ਜਿਉਂ ਪਿਆ, ਮਰਦਾ ਮਰਦਾ ਮੈਂ ਜਿਉਂ ਪਿਆ। ਇਸੇ ਅਵਸਥਾ ਨੂੰ ਅਸੀਂ ਉਦੋਂ ਅਨੁਭਵ ਕਰਦੇ ਹਾਂ ਕਿ ਇਹ ਸਾਡੀ ਮਿਰਤ ਅਵਸਥਾ ਜਦੋਂ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲੈਂਦੀ ਹੈ ਨਾ, ਅਤੇ ਉਦੋਂ ਸਾਡਾ ਜੀਵਨ ਜਿਹੜਾ ਹੈ ਉਹ ਚਾਲੂ ਹੋਣਾ ਸ਼ੁਰੂ ਹੋ ਜਾਂਦਾ। ਸਾਡਾ ਜੀਵਤ ਰੂਹ ਜਿਹੜੀ ਹੈ ਸਾਡੀ ਜੀਵਤ ਪਦਵੀ ਨੂੰ ਪ੍ਰਾਪਤ ਹੋ ਜਾਂਦੀ ਹੈ, ਔਰ ਫਿਰ ਅੱਗੇ ਜਾ ਕੇ ਇਹ ਪਰਮਾਤਮਾ ਦੇ ਦੁਆਰੇ ਉੱਤੇ ਪਰਮਾਤਮਾ ਦਾ ਨਾਮ ਸਿਮਰਨ ਕਰਦੀ ਹੋਈ ਪਰਮਾਤਮਾ ਦੇ ਦਰਸਦਾਰੇ ਵੀ ਕਰਦੀ ਹੈ, ਔਰ ਪਰਮਾਤਮਾ ਦੇ ਸੱਚਖੰਡ ਦੇ ਦੁਆਰੇ ਦੇ ਉੱਤੇ ਬਿਰਾਜਮਾਨ ਹੋ ਕੇ ਪਰਮਾਤਮਾ ਨਾਲ ਮਿਲਣ ਵੀ ਕਰ ਲੈਂਦੀ ਹੈ, ਭੇਦ ਵੀ ਕਰ ਲੈਂਦੀ ਹੈ, ਔਰ ਉੱਥੇ ਬੈਠੀ ਹੋਈ ਵੀ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿੰਦੀ ਹੈ, ਪਰਮਾਤਮਾ ਦੀ ਆਗਿਆ ਦੇ ਵਿੱਚ ਰਹਿੰਦੀ ਹੈ। ਜੈਸਾ ਹੁਕਮ ਪਰਮਾਤਮਾ ਕਰਦਾ ਉਸ ਨੂੰ ਉਹ ਮੰਨਦੀ ਹੈ। ਐਸੀ ਅਵਸਥਾ ਹੈ ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੇ ਖੰਡ ਮੰਡਲ ਬਰਪੰਡ ਜੀ ਕੋ ਕਥਿਤ ਅੰਤ ਨਾ, ਤਿੱਥੇ ਲੋ ਲੋ ਆਕਾਰ ਜਿ ਜਿ ਹੁਕਮ, ਤਿਵੇਂ ਤਿਵਕਾਰ ਵੇਖੈ ਵਿਕਸੈ ਕਰ ਵਿਚਾਰ, ਨਾਨਕ ਕਥਨਾ ਕਰਦਾ ਸਾਰ। ਇਸ ਤਰ੍ਹਾਂ ਨਾਲ ਭਾਈ ਗੁਰਮੁਖ ਪਿਆਰਿਓ, ਇਹ ਰੂਹਾਂ ਜਿਹੜੀਆਂ ਸਾਡੀਆਂ ਨਾ ਪਰਮਾਤਮਾ ਦੇ ਦਰਸਦਾਰੇ ਕਰਦੀਆਂ, ਔਰ ਸਾਨੂੰ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਇੱਕ ਰਸਤਾ ਦਿੰਦੀ ਹੈ, ਮਾਰਗ ਦੱਸਦੀ ਹੈ ਕਿ ਇਹ
ਅਸੀਂ ਪਰਮਾਤਮਾ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹਾਂ, ਕਿੱਥੋਂ ਪ੍ਰਾਪਤ ਕਰ, ਕਿੱਥੋਂ ਸਾਨੂੰ ਦਿਸਦਾ। ਔਰ ਜਦੋਂ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ, ਪਰਮਾਤਮਾ ਸਾਨੂੰ ਚਾਰੇ ਪਾਸੇ ਦਿਸਣਾ ਸ਼ੁਰੂ ਹੋ ਜਾਂਦਾ ਭਾਈ। ਇਸ ਲਈ ਗੁਰਮੁਖ ਪਿਆਰਿਓ, ਜਿੰਨਾ ਛੇਤੀ ਹੋ ਸਕੇ ਗੁਰੂ ਦਾ ਨਾਮ ਅੰਮ੍ਰਿਤ ਪ੍ਰਾਪਤ ਕਰਕੇ, ਗੁਰੂ ਤੋਂ 5 ਪਿਆਰਿਆਂ ਤੋਂ ਗੁਰੂ ਅੰਮ੍ਰਿਤ ਦੀ ਪ੍ਰਾਪਤੀ ਕਰਕੇ ਨਾਮ ਸਿਮਰਨ ਕਰੋ। ਇਹ ਨਾਮ, ਇਹ ਸਿਮਰਨ ਸ਼ਬਦ ਰੂਪ ਜਿਹੜਾ ਹੈ, ਇਹ ਤੁਹਾਡਾ ਜੀਵਨ ਬਦਲ ਦੇਗਾ। ਸਮਝੇ? ਜਿਵੇਂ ਜਿਵੇਂ ਅਸੀਂ ਇਸ ਦਾ ਨਾਮ ਦਮ ਦਮ ਸਦਾ ਸੰਭਾਲਦਾ, ਜਦੋਂ ਅਸੀਂ ਜੀਵਨ ਦੇ ਵਿੱਚ ਸਾਹ ਇਹ ਨਾਮ ਸਿਮਰਨ ਨੂੰ ਸੰਭਾਲਾਂਗੇ, ਯਾਦ ਕਰਾਂਗੇ, ਚੇਤੇ ਕਰਾਂਗੇ, ਸਿਮਰਨ ਕਰਾਂਗੇ, ਜਪਾਂਗੇ, ਉਦੋਂ ਉਵੇਂ ਉਵੇਂ ਸਾਨੂੰ ਪਰਮਾਤਮਾ ਨੇੜੇ ਹੁੰਦਾ ਜਾਵੇਗਾ। ਔਰ ਜਿਵੇਂ ਜਿਵੇਂ ਜ਼ਿਆਦਾ ਤੀਬਰ ਇੱਛਾ ਹੋਏਗੀ ਸਾਨੂੰ ਪਰਮਾਤਮਾ ਦੇ ਮਿਲਣ ਦੀ, ਅਸੀਂ ਔਰ ਜ਼ਿਆਦਾ ਪਰਮਾਤਮਾ ਦਾ ਨਾਮ ਸਿਮਰਨ ਕਰਾਂਗੇ, ਉਵੇਂ ਸਾਨੂੰ ਛੇਤੀ ਕਿਸੇ ਵੀ ਕਰਮ ਤੋਂ ਖੁਸ਼ ਹੋ ਕੇ ਪਰਮਾਤਮਾ ਸਾਨੂੰ ਆਪਣੇ ਬੁੱਕਲ ਦੇ ਵਿੱਚ ਲੈ ਲਏਗਾ, ਸਾਡੇ ਨੇੜੇ ਹੋ ਜਾਏਗਾ, ਸਾਨੂੰ ਬਾਂਹ ਫੜ ਕੇ ਆਪਣੇ ਨਾਲ ਅਭੇਦ ਕਰ ਲਏਗਾ, ਆਪਣੇ ਸੱਚਖੰਡ ਦੇ ਦੁਆਰੇ ਦੇ ਉੱਤੇ ਆਸਣ ਬਖਸ਼ ਦੇਗਾ। ਤੋ ਸਾਧ ਸੰਗਤ ਜੀ, ਇੰਨੀਆਂ ਵਿਚਾਰਾਂ ਕਰਦਾ ਹੋਇਆ ਦਾਸ ਸ਼ਮਨ ਦਾ ਜਾਚਕ ਹੈ। ਮੈਨੂੰ ਪੂਰਨ ਆਸਾ ਹੈ ਕਿ ਆਪ ਵੀ ਇਸ ਰਸਤੇ ਉੱਤੇ ਚੱਲ ਕੇ ਪਰਮਾਤਮਾ ਦੀ ਪ੍ਰਾਪਤੀ ਕਰੋਗੇ। ਪਰਮਾਤਮਾ ਦੇ ਦਰਸਦਾਰੇ ਇਸ ਤਰ੍ਹਾਂ ਨਾਲ ਤੁਹਾਨੂੰ ਹੋਣਗੇ ਕਿ ਤੁਹਾਨੂੰ ਹਰ ਚੀਜ਼ ਦੇ ਵਿੱਚ, ਹਰ ਵਸਤ ਦੇ ਵਿੱਚ, ਸੰਸਾਰ ਦੇ ਵਿੱਚ ਜੋ ਅੱਖਾਂ ਨਾਲ ਅਸੀਂ ਦੇਖ ਰਹੇ ਹਾਂ, ਉਹ ਸਭ ਪਰਮਾਤਮਾ ਦਾ ਹੀ ਸਰੂਪ ਹੈ। ਉਸ ਦੇ ਵਿੱਚ ਪਰਮਾਤਮਾ ਹੀ ਵਸਿਆ ਹੋਇਆ, ਚਾਹੇ ਉਹ ਪੇੜ ਪੌਦੇ ਹੋਣ, ਚਾਹੇ ਬਿਲਡਿੰਗਾਂ ਹੋਣ, ਚਾਹੇ ਵੱਡੇ ਵੱਡੇ ਪਹਾੜ ਹੋਣ, ਚਾਹੇ ਪੇੜ ਪੌਦੇ ਹੋਣ, ਵਣ ਤ੍ਰਿਣ ਪਰਬਤ ਹੈ ਪਾਰ ਬ੍ਰਹਮ। ਇਹ ਗੁਰੂ ਸਾਹਿਬ ਦੀ ਸਾਨੂੰ ਸਿੱਖਿਆ ਹੈ ਕਿ ਭਾਈ ਹਰ ਥਾਂ 'ਤੇ ਪਰਮਾਤਮਾ ਬਿਰਾਜਮਾਨ ਹੈ, ਪਰ ਦਿਸਣ ਵਾਲੀ ਹਾਲੇ ਤੁਹਾਡੀ ਅੱਖ ਨਹੀਂ ਹੈ। ਜਦੋਂ ਤੁਹਾਡੀ ਅੱਖ ਬਣ ਜਾਏਗੀ, ਉਦੋਂ ਤੁਹਾਨੂੰ ਪਰਮਾਤਮਾ ਹਰ ਥਾਂ ਦੇ ਉੱਤੇ ਦਿਸਣਾ ਸ਼ੁਰੂ ਹੋ ਜਾਏਗਾ। ਤੋ ਸਾਧ ਸੰਗਤ ਜੀ, ਇੰਨੀਆਂ ਵਿਚਾਰਾਂ ਕਰਦਾ ਹੋਇਆ ਦਾਸ ਸ਼ਮਨ ਦਾ ਜਾਚਕ ਹੈ। ਭੁੱਲਾਂ ਚੁੱਕਾਂ ਲਈ ਮਾਫੀ। ਗੁਰੂ ਦੀ ਕਿਰਪਾ ਨਾਲ ਜੇ ਅਸੀਂ ਕੋਈ ਬੁਲਾਇਆ, ਅਸੀਂ ਤੁਹਾਨੂੰ ਸੁਣਾਇਆ ਹੈ, ਜੋ ਗੁਰੂ ਨੇ ਸਾਨੂੰ ਬਖਸ਼ਿਸ਼ ਕੀਤਾ, ਜੋ ਗੁਰੂ ਨੇ ਸਾਨੂੰ ਮੱਤ ਦਿੱਤੀ, ਆਪ ਜੀ ਨੂੰ ਅਸੀਂ ਵਿਚਾਰ ਦਿੱਤੇ ਹੈ। ਜੇ ਉਸ ਦੇ ਵਿੱਚ ਵੀ ਕੋਈ ਤਰੁਟੀ ਹੋਵੇ ਤਾਂ ਅਸੀਂ क्षमा ਦੇ ਜਾਚਕ ਹਾਂ। ਵਾਹਿਗੁਰੂ ਭੁੱਲਾਂ ਚੁੱਕਾਂ ਦੀ ਮਾਫੀ ਕਰਨ। ਸਾਧ ਸੰਗਤ ਬਖਸ਼ਣਯੋਗ ਹੈ, ਬਖਸ਼ ਲਏਗੀ। ਗੁਰਮੁਖ ਪਿਆਰੇ ਨੂੰ ਪਰਮਾਤਮਾ ਹੋਰ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਵਿਵੇਕ ਬੁੱਧ ਬਖਸ਼ੇ, ਤਾਂ ਕਿ ਸਾਨੂੰ ਬਰੀਕੀ ਨਾਲ ਪਰਮਾਤਮਾ ਦੀ ਪ੍ਰਾਪਤੀ ਦਾ ਜਿਹੜਾ ਆਸਾਨ ਦ੍ਰਿਸ਼ ਜਿਹੜਾ ਹੈ ਉਹ ਪ੍ਰਾਪਤ ਹੋ ਜਾਵੇ। ਤੋ ਸਾਧ ਸੰਗਤ ਜੀ, ਇੰਨੀਆਂ ਵਿਚਾਰ ਕਰ ਰਿਹਾ ਦਾਸ ਸ਼ਮਨ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੋਤ ਚੈਨਲ ਔਨ YouTube, Purva audio, video and films present in Punjabi. Like, save, send.